ਸਭ ਮੈਨੂੰ ਕਹਿੰਦੇ ਸੀ ਕਿ ਤੂੰ ਅਪਾਹਜ ਆਂ, ਤੇਰੇ ਨਾਲ ਕਿਸੇ ਨੇ ਵਿਆਹ ਨਹੀਂ ਕਰਵਾਉਣਾ ਕਿਉਂਕਿ ਮੈਂ ਲੰਗੜਾ ਕੇ ਚੱਲਦੀ ਸੀ। ਅਕਸਰ ਔਰਤਾਂ ਮੈਨੂੰ ਆਪਣੀ ਕੁੜੀਆਂ ਦਾ ਦਹੇਜ ਦਿਖਾ ਦਿਖਾ ਕੇ ਚੜਾਉਂਦੀਆਂ ਸਨ। ਇੱਕ ਦਿਨ ਅਚਾਨਕ ਮੇਰੀ ਤਬੀਅਤ ਖਰਾਬ ਹੋ ਗਈ ਤੇ ਮੈਂ ਡਾਕਟਰ ਕੋਲ ਗਈ। ਡਾਕਟਰ ਨੇ ਮੈਨੂੰ ਚੈੱਕ ਕਰਕੇ ਦੱਸਿਆ ਕਿ ਤੂੰ ਪ੍ਰੈਗਨੈਂਟ ਆਂ। ਇਹ ਸੁਣ ਕੇ ਤਾਂ ਮੇਰੇ ਪਸੀਨੇ ਹੀ ਛੁੱਟ ਗਏ। ਭਲਾ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ? ਮੈਂ ਤਾਂ ਅੱਜ ਤੱਕ ਆਪਣੇ ਘਰ ਤੋਂ ਕਦੇ ਬਾਹਰ ਨਹੀਂ ਨਿਕਲੀ ਸੀ। ਫਿਰ ਰੋਂਦੇ ਹੋਏ ਇੱਕ ਟੈਕਸੀ ਵਿੱਚ ਬੈਠ ਗਈ। ਘਰ ਪਹੁੰਚਦੇ ਹੀ ਡਰਾਈਵਰ ਨੇ ਮੈਨੂੰ ਇੱਕ ਪਰਚੀ ਪਕੜਾਈ ਤੇ ਬੋਲਿਆ, ਤੂੰ ਫਿਕਰ ਨਾ ਕਰੀਂ, ਅੱਧੀ ਰਾਤ ਨੂੰ ਦੁਲਹਨ ਬਣ ਕੇ ਛੱਤ ਤੇ ਬੈਠ ਜਾਵੀਂ, ਤੈਨੂੰ ਸਭ ਪਤਾ ਚੱਲ ਜਾਵੇਗਾ। ਮੈਂ ਆਪਣੀ ਇੱਜ਼ਤ ਦੀ ਖਾਤਰ ਉਸ ਦੀ ਗੱਲ ਮੰਨ ਲਈ। ਜਿਵੇਂ ਹੀ ਰਾਤ ਹੋਈ ਤਾਂ ਮੈਂ ਸਜ ਧਜ ਕੇ ਛੱਤ ਤੇ ਬੈਠ ਗਈ। ਮੈਨੂੰ ਬੈਠੀ ਨੂੰ ਕੁਝ ਟਾਈਮ ਹੀ ਹੋਇਆ ਸੀ ਕਿ ਮੇਰਾ ਨਾਮ ਕੋਮਲ ਹੈ ਤੇ ਮੈਂ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਈ ਸੀ। ਪੈਦਾ ਹੁੰਦੇ ਹੀ ਮੇਰੇ ਪੈਰ ਵਿੱਚ ਪ੍ਰੋਬਲਮ ਸੀ। ਮੈਂ ਸ਼ੁਰੂ ਤੋਂ ਹੀ ਲੰਗੜਾ ਕੇ ਚੱਲਦੀ ਸੀ, ਜਿਸ ਕਾਰਨ ਮੇਰੇ ਮਾਂ-ਬਾਪ ਵੀ ਪਰੇਸ਼ਾਨ ਰਹਿੰਦੇ ਸਨ। ਉਹਨਾਂ ਨੇ ਮੇਰਾ ਇਲਾਜ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਕਦੇ ਡਾਕਟਰ, ਕਦੇ ਵੈਦ, ਕਦੇ ਕੋਈ ਸਾਧੂ ਬਾਬਾ, ਕੋਈ ਥਾਂ ਨਹੀਂ ਛੱਡੀ ਸੀ ਜਿੱਥੇ ਮੇਰਾ ਇਲਾਜ ਨਾ ਕਰਵਾਇਆ ਹੋਵੇ। ਜਿੰਨਾ ਉਹ ਕਰ ਸਕਦੇ ਸੀ ਉਹਨਾਂ ਨੇ ਉਹ ਸਭ ਕੀਤਾ, ਪਰ ਮੇਰਾ ਪੈਰ ਠੀਕ ਨਾ ਹੋਇਆ। ਸਮਾਂ ਗੁਜ਼ਰਦਾ ਗਿਆ ਤੇ ਮੈਂ ਵੱਡੀ ਹੁੰਦੀ ਗਈ। ਮੈਨੂੰ ਆਪਣੇ ਅਪਾਹਜ ਹੋਣ 'ਤੇ ਕੋਈ ਸਮੱਸਿਆ ਨਹੀਂ ਸੀ, ਪਰ ਮੇਰੀ ਵੱਡੀ ਭੈਣ ਹਮੇਸ਼ਾ ਮੇਰਾ ਮਜ਼ਾਕ ਉਡਾਉਂਦੀ ਰਹਿੰਦੀ ਸੀ, ਮੇਰਾ ਅਪਮਾਨ ਕਰਦੀ ਰਹਿੰਦੀ ਸੀ। ਪਰ ਮੈਂ ਕਦੇ ਉਸ ਨੂੰ ਕੁਝ ਨਹੀਂ ਕਹਿੰਦੀ ਸੀ ਕਿਉਂਕਿ ਉਹ ਮੇਰੀ ਵੱਡੀ ਭੈਣ ਸੀ। ਕਦੇ-ਕਦੇ ਚਾਚੀ ਤੇ ਭੂਆ ਵੀ ਮੇਰਾ ਮਜ਼ਾਕ ਉਡਾਉਂਦੀਆਂ ਸਨ, ਪਰ ਮੈਂ ਚੁੱਪਚਾਪ ਸੁਣ ਲੈਂਦੀ ਸੀ। ਲੋਕ ਮੈਨੂੰ ਕਹਿੰਦੇ ਸੀ ਕਿ ਇਸ ਦਾ ਤਾਂ ਵਿਆਹ ਹੀ ਨਹੀਂ ਹੋਣਾ। ਆਂਢ ਗੁਆਂਢ ਦੀਆਂ ਔਰਤਾਂ ਆਪਣੀਆਂ ਕੁੜੀਆਂ ਦਾ ਦਾਜ ਦਿਖਾ ਕੇ ਮੈਨੂੰ ਬਹੁਤ ਚੜਾਉਂਦੀਆਂ ਸਨ। ਪਹਿਲਾਂ ਤਾਂ ਮੈਂ ਬਹੁਤ ਰੋਂਦੀ ਸੀ, ਪਰ ਮੈਂ ਹੌਲੀ-ਹੌਲੀ ਸੱਚਾਈ ਨੂੰ ਸਵੀਕਾਰ ਕਰ ਲਿਆ ਸੀ। ਮੈਟ੍ਰਿਕ ਤੋਂ ਬਾਅਦ ਮੈਂ ਪ੍ਰਾਈਵੇਟ ਫਸਟ ਈਅਰ ਵਿੱਚ ਐਡਮਿਸ਼ਨ ਲਿਆ ਸੀ। ਉਸ ਵਕਤ ਮੇਰੀ ਭੈਣ ਗ੍ਰੈਜੂਏਸ਼ਨ ਕਰ ਰਹੀ ਸੀ ਤੇ ਉਸ ਲਈ ਰਿਸ਼ਤੇ ਵੀ ਆਉਣੇ ਸ਼ੁਰੂ ਹੋ ਗਏ ਸਨ। ਇੱਕ ਦਿਨ ਜਦ ਮੈਂ ਸਵੇਰੇ ਉੱਠੀ ਤਾਂ ਮੇਰੀ ਮਾਂ ਕਹਿਣ ਲੱਗੀ ਕਿ ਤੇਰੀ ਭੈਣ ਨੂੰ ਅੱਜ ਦੇਖਣ ਵਾਲਿਆਂ ਨੇ ਆਉਣਾ ਹੈ। ਮੈਂ ਬਹੁਤ ਖੁਸ਼ ਹੋ ਗਈ ਸੀ। ਜਦ ਦੇਖਣ ਵਾਲੇ ਆਏ ਤਾਂ ਉਹਨਾਂ ਨੇ ਮੇਰੀ ਭੈਣ ਨੂੰ ਪਸੰਦ ਕਰ ਲਿਆ। ਅਸੀਂ ਅਜੇ ਸਾਰੇ ਬੈਠੇ ਹੀ ਸੀ, ਮੈਂ ਰਸੋਈ ਵੱਲ ਨੂੰ ਜਾਣ ਲੱਗੀ। ਮੇਰੀ ਭੈਣ ਦੀ ਹੋਣ ਵਾਲੀ ਸੱਸ ਨੇ ਮੈਨੂੰ ਦੇਖ ਕੇ ਤਿਲਮਿਲਾ ਉੱਠੀ ਤੇ ਕਹਿਣ ਲੱਗੀ ਕਿ ਤੁਹਾਡੇ ਘਰ ਤਾਂ ਅਪਾਹਜ ਹੈ। ਮੇਰੇ ਚਾਚੇ ਨੇ ਕਿਹਾ ਕਿ ਭੈਣ, ਤੁਸੀਂ ਜਿਸ ਨਾਲ ਰਿਸ਼ਤਾ ਜੋੜ ਰਹੇ ਹੋ ਉਹ ਕੁੜੀ ਅਪਾਹਜ ਨਹੀਂ ਹੈ, ਪਰ ਉਸਨੇ ਕਿਹਾ ਕਿ ਤੁਹਾਡੇ ਖਾਨਦਾਨ ਵਿੱਚ ਤਾਂ ਅਪਾਹਜ ਹੈ। ਇਸ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਵਿੱਚ ਵੀ ਅਪਾਹਜਤਾ ਆ ਜਾਵੇਗੀ। ਅਸੀਂ ਅਜਿਹੀ ਜਗ੍ਹਾ ਰਿਸ਼ਤਾ ਨਹੀਂ ਜੋੜਨਾ। ਇਹ ਕਹਿ ਕੇ ਉਹ ਚਲੇ ਗਏ। ਮੇਰੇ ਘਰ ਵਾਲੇ ਉਹਨਾਂ ਨੂੰ ਰੋਕਦੇ ਵੀ ਰਹੇ, ਪਰ ਉਹ ਨਾ ਰੁਕੇ। ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਤੇ ਮੇਰੀ ਭੈਣ ਨੂੰ ਜੋ ਵੀ ਦੇਖਣ ਆਉਂਦਾ ਮੇਰੀ ਵਜ੍ਹਾ ਕਾਰਨ ਉਸ ਨੂੰ ਠੁਕਰਾ ਕੇ ਚਲਾ ਜਾਂਦਾ। ਹੁਣ ਮੈਂ 12ਵੀਂ ਪਾਸ ਕਰ ਲਈ ਸੀ। ਹੁਣ ਘਰ ਵਿੱਚ ਸਭ ਨੇ ਇਹ ਫੈਸਲਾ ਕੀਤਾ ਕਿ ਮੇਰੇ ਪਿਤਾ ਜੀ ਦੇ ਦੋਸਤ ਦੇ ਵੱਡੇ ਮੁੰਡੇ ਅਜੀਤ ਨਾਲ ਮੇਰੀ ਭੈਣ ਦਾ ਰਿਸ਼ਤਾ ਕਰ ਦਿੱਤਾ ਜਾਵੇ। ਮੇਰੀ ਭੈਣ ਨੂੰ ਉਹ ਮੁੰਡਾ ਬਿਲਕੁਲ ਪਸੰਦ ਨਹੀਂ ਸੀ, ਪਰ ਗਰੀਬ ਘਰਾਂ ਵਿੱਚ ਕੁੜੀਆਂ ਦੀ ਮਰਜ਼ੀ ਕਿੱਥੇ ਪੁੱਛੀ ਜਾਂਦੀ ਹੈ। ਇਸ ਲਈ ਮੇਰੀ ਭੈਣ ਅਤੇ ਅਜੀਤ ਦਾ ਰਿਸ਼ਤਾ ਪੱਕਾ ਕਰ ਦਿੱਤਾ ਗਿਆ। ਪਰ ਮੇਰੀ ਭੈਣ ਇਸ ਰਿਸ਼ਤੇ ਤੋਂ ਬਿਲਕੁਲ ਖੁਸ਼ ਨਹੀਂ ਸੀ। ਮੈਂ ਵੀ 22 ਸਾਲ ਦੀ ਹੋ ਗਈ ਸੀ ਤੇ ਮੇਰੀ ਵੀ ਵਿਆਹ ਦੀ ਉਮਰ ਹੋ ਗਈ ਸੀ, ਪਰ ਅਪਾਹਜਤਾ ਕਾਰਨ ਮੇਰੇ ਲਈ ਕੋਈ ਰਿਸ਼ਤਾ ਨਹੀਂ ਆ ਰਿਹਾ ਸੀ। ਮੈਂ ਅਪਾਹਜ ਸੀ, ਇਸ ਲਈ ਘਰ ਤੋਂ ਬਾਹਰ ਵੀ ਇਕੱਲੀ ਨਹੀਂ ਜਾ ਸਕਦੀ ਸੀ। ਸਾਰਾ ਦਿਨ ਘਰ ਹੀ ਰਹਿੰਦੀ ਸੀ। ਮੇਰੇ ਜੀਜਾ ਜੀ ਅਜੀਤ ਕੋਈ ਕੰਮ ਨਹੀਂ ਕਰਦੇ ਸਨ, ਉਹ ਬਹੁਤ ਨਿਕੰਮੇ ਸਨ। ਮੇਰੀ ਭੈਣ ਉਸ ਨਾਲ ਆਪਣਾ ਜੀਵਨ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ। ਮੇਰੀ ਭੈਣ ਨੇ ਨਰਸਿੰਗ ਵਿੱਚ ਗ੍ਰੈਜੂਏਸ਼ਨ ਕੀਤਾ ਸੀ, ਇਸ ਲਈ ਉਹ ਜੌਬ ਕਰਨ ਦੀ ਜਿੱਦ ਕਰਨ ਲੱਗੀ। ਅਖੀਰ ਪਿਤਾ ਜੀ ਨੇ ਉਸ ਦੀ ਜਿੱਦ ਮੰਨ ਲਈ ਕਿ ਘੱਟ ਤੋਂ ਘੱਟ ਪੈਸਿਆਂ ਦਾ ਸਪੋਰਟ ਤਾਂ ਮਿਲੇਗਾ। ਫਿਰ ਮੇਰੀ ਭੈਣ ਨੂੰ ਹਸਪੀਟਲ ਵਿੱਚ ਇੱਕ ਨਰਸ ਦੀ ਨੌਕਰੀ ਮਿਲ ਗਈ। ਸਮਾਂ ਬੀਤ ਰਿਹਾ ਸੀ ਤੇ ਮੇਰੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਉਹ ਇਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ, ਪਰ ਸਭ ਬਰਦਾਸ਼ਤ ਕਰ ਰਹੀ ਸੀ। ਮੈਨੂੰ ਵੀ ਉਸ 'ਤੇ ਬਹੁਤ ਤਰਸ ਆਉਂਦਾ, ਪਰ ਮੈਂ ਵੀ ਕੁਝ ਨਹੀਂ ਕਰ ਸਕਦੀ ਸੀ। ਕੁਝ ਦਿਨਾਂ ਤੋਂ ਮੇਰੇ ਪੇਟ ਵਿੱਚ ਬਹੁਤ ਦਰਦ ਹੋਣ ਲੱਗਿਆ ਸੀ। ਮੈਂ ਆਪਣੀ ਮਾਂ ਨੂੰ ਦੱਸਿਆ ਤਾਂ ਉਹ ਕਹਿਣ ਲੱਗੀ ਕਿ ਚੱਲ ਤੈਨੂੰ ਡਾਕਟਰ ਨੂੰ ਦਿਖਾ ਲਿਆਉਂਦੀ ਹਾਂ, ਪਰ ਮੇਰੇ ਚਾਚੇ ਨੇ ਉਸ ਨੂੰ ਖਿੱਚਦੇ ਹੋਏ ਕਿਹਾ ਕਿ ਇਸ ਨੂੰ ਕਿਤੇ ਲੈ ਜਾਣ ਦੀ ਲੋੜ ਨਹੀਂ। ਸਾਨੂੰ ਇਸ ਦਾ ਕੀ ਫਾਇਦਾ ਹੈ? ਇਸ ਦੇ ਇਲਾਜ ਵਿੱਚ ਇੰਨਾ ਪੈਸਾ ਖਰਚ ਹੋ ਗਿਆ, ਪਰ ਇਹ ਠੀਕ ਨਹੀਂ ਹੋਈ ਤੇ ਹੁਣ ਹੋਰ ਬਿਮਾਰੀਆਂ ਨੇ ਇਸ ਨੂੰ ਘੇਰ ਲਿਆ ਹੈ। ਮੇਰੀ ਮਾਂ ਨੇ ਚਾਚੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ,
ਪਰ ਸਾਡੇ ਘਰ ਵਿੱਚ ਸਿਰਫ ਚਾਚੇ ਦੀ ਹੀ ਚੱਲਦੀ ਸੀ। ਚਾਚੇ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਮਰਦੀ ਹੈ ਤਾਂ ਮਰੇ, ਇਸ ਦਾ ਕਿਹੜਾ ਵਿਆਹ ਹੋਣਾ ਏ, ਇਹ ਤਾਂ ਬਾਹਰ ਜਾ। ਇਹ ਗੱਲ ਮੇਰੇ ਦਿਲ ਨੂੰ ਬੁਰੀ ਤਰ੍ਹਾਂ ਚੁੱਭ ਗਈ ਸੀ। ਉਸ ਦਿਨ ਤੋਂ ਬਾਅਦ ਮੈਂ ਆਪਣੀ ਬਿਮਾਰੀ ਦੇ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ। ਮੇਰੇ ਪੇਟ ਵਿੱਚ ਦਰਦ ਵਧਣ ਲੱਗਿਆ ਤੇ ਹੁਣ ਮੈਨੂੰ ਉਲਟੀਆਂ ਵੀ ਹੋਣ ਲੱਗੀਆਂ ਸਨ। ਮੇਰੀ ਭੈਣ ਮੇਰੇ ਤੋਂ ਨਾਰਾਜ਼ ਤਾਂ ਸੀ, ਪਰ ਉਹ ਮੈਨੂੰ ਪਿਆਰ ਵੀ ਬਹੁਤ ਕਰਦੀ ਸੀ। ਇੱਕ ਦਿਨ ਮੈਂ ਦਰਦ ਦੇ ਨਾਲ ਤੜਫ ਰਹੀ ਸੀ ਤਾਂ ਮੇਰੀ ਭੈਣ ਨੇ ਮੈਨੂੰ ਦੇਖ ਲਿਆ। ਉਹ ਕਹਿਣ ਲੱਗੀ ਕਿ ਛੋਟੀ, ਕੀ ਹੋਇਆ ਹੈ ਤੈਨੂੰ? ਮੈਂ ਆਪਣੀ ਭੈਣ ਨੂੰ ਸਾਰੀ ਗੱਲ ਦੱਸੀ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਮੈਂ ਰੋਜ਼ ਤਾਂ ਹਸਪਤਾਲ ਜਾਂਦੀ ਆ, ਤੂੰ ਕੱਲ ਨੂੰ ਮੇਰੇ ਨਾਲ ਚੱਲੀ, ਮੈਂ ਤੈਨੂੰ ਉੱਥੇ ਇੱਕ ਵਧੀਆ ਲੇਡੀ ਡਾਕਟਰ ਨੂੰ ਦਿਖਾਵਾਂਗੀ। ਮੈਂ ਬਹੁਤ ਖੁਸ਼ ਹੋ ਗਈ। ਅਗਲੇ ਦਿਨ ਮੇਰੀ ਦੀਦੀ ਨੇ ਚਾਚੀ ਨੂੰ ਕਿਹਾ ਕਿ ਉਹ ਮੈਨੂੰ ਆਪਣੀ ਇੱਕ ਸਹੇਲੀ ਦੇ ਨਾਲ ਮਿਲਾਉਣ ਲਈ ਲੈ ਕੇ ਜਾ ਰਹੀ ਹੈ। ਫਿਰ ਮੈਂ ਤੇ ਦੀਦੀ ਹਸਪਤਾਲ ਲਈ ਨਿਕਲ ਗਏ। ਹਸਪਤਾਲ ਸਾਡੇ ਘਰ ਤੋਂ ਅੱਧੇ ਘੰਟੇ ਦੀ ਦੂਰੀ ਤੇ ਸੀ। ਜਦ ਅਸੀਂ ਹਸਪਤਾਲ ਪਹੁੰਚੇ ਤਾਂ ਡਾਕਟਰ ਸਾਹਿਬਾ ਨੂੰ ਅਜੇ ਆਉਣ ਵਿੱਚ ਦੇਰੀ ਸੀ। ਅਸੀਂ ਉੱਥੇ ਬੈਠ ਕੇ ਇੰਤਜ਼ਾਰ ਕਰਨ ਲੱਗੀਆਂ। ਜਦ ਡਾਕਟਰ ਆਈ ਤਾਂ ਮੇਰੀ ਭੈਣ ਡਾਕਟਰ ਕੋਲ ਬਿਠਾ ਕੇ ਮੈਨੂੰ ਆਪਣੇ ਕੰਮ ਤੇ ਚਲੇ ਗਈ ਤੇ ਕਹਿਣ ਲੱਗੀ, ਜੇ ਕੋਈ ਜ਼ਰੂਰਤ ਹੋਈ ਤਾਂ ਮੈਨੂੰ ਬੁਲਾ ਲਈ। ਮੈਂ ਕਿਹਾ ਠੀਕ ਆ। ਫਿਰ ਡਾਕਟਰ ਨੇ ਮੇਰਾ ਚੈੱਕਅਪ ਕੀਤਾ ਤੇ ਮੈਨੂੰ ਹੈਰਾਨ ਕਰ ਦੇਣ ਵਾਲੀ ਖਬਰ ਸੁਣਾਈ, ਜਿਸ ਨੂੰ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਡਾਕਟਰ ਨੇ ਮੈਨੂੰ ਕਿਹਾ ਕਿ ਤੂੰ ਮਾਂ ਬਣਨ ਵਾਲੀ ਹੈ। ਇਹ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ। ਇਹ ਕਿਵੇਂ ਹੋ ਸਕਦਾ ਹੈ? ਮੈਂ ਮਾਂ ਕਿਵੇਂ ਬਣ ਸਕਦੀ ਹਾਂ? ਮੇਰਾ ਤਾਂ ਅਜੇ ਵਿਆਹ ਵੀ ਨਹੀਂ ਹੋਇਆ ਸੀ। ਮੈਨੂੰ ਇਸ ਗੱਲ ਤੇ ਯਕੀਨ ਨਹੀਂ ਹੋ ਰਿਹਾ ਸੀ। ਪਰ ਜਦੋਂ ਡਾਕਟਰ ਨੇ ਮੈਨੂੰ ਰਿਪੋਰਟ ਦਿਖਾਈ ਤਾਂ ਉਸ ਤੇ ਸੱਚਮੁੱਚ ਹੀ ਲਿਖਿਆ ਸੀ ਕਿ ਮੈਂ ਮਾਂ ਬਣਨ ਵਾਲੀ ਹਾਂ। ਇਸ ਲਈ ਮੇਰੇ ਪੇਟ ਵਿੱਚ ਦਰਦ ਹੋ ਰਿਹਾ ਸੀ ਤੇ ਮੈਨੂੰ ਉਲਟੀਆਂ ਆ ਰਹੀਆਂ ਸੀ। ਮੈਂ ਹੈਰਾਨ ਸੀ ਕਿ ਇਹ ਕਿਵੇਂ ਹੋ ਗਿਆ। ਐਨੇ ਨੂੰ ਮੇਰੀ ਭੈਣ ਵੀ ਮੇਰੇ ਕੋਲ ਆ ਗਈ ਤੇ ਉਸ ਨੇ ਵੀ ਮੇਰੀ ਰਿਪੋਰਟ ਦੇਖ ਲਈ। ਰਿਪੋਰਟ ਦੇਖ ਕੇ ਉਸ ਦੇ ਵੀ ਹੋਸ਼ ਉੱਡ ਗਏ। ਦੀਦੀ ਨੇ ਮੇਰੀ ਰਿਪੋਰਟ ਲੈ ਲਈ ਤੇ ਉਸ ਨੇ ਕਿਹਾ ਕਿ ਤੂੰ ਘਰ ਵਿੱਚ ਇਸ ਬਾਰੇ ਕੋਈ ਗੱਲ ਨਾ ਕਰੀ, ਆਪਾਂ ਦੂਜੇ ਡਾਕਟਰ ਤੋਂ ਵੀ ਚੈੱਕ ਕਰਵਾ ਲਵਾਂਗੇ। ਤੇ ਨਾਲ ਹੀ ਦੀਦੀ ਨੇ ਮੈਨੂੰ ਕਿਹਾ ਕਿ ਛੋਟੀ, ਜੇ ਤੈਨੂੰ ਕੋਈ ਪਸੰਦ ਸੀ ਤਾਂ ਤੂੰ ਮੈਨੂੰ ਦੱਸ ਦਿੰਦੀ, ਮੈਂ ਤੇਰਾ ਉਸ ਨਾਲ ਵਿਆਹ ਕਰਵਾ ਦਿੰਦੀ। ਮੈਂ ਕਿਹਾ, ਪਰ ਦੀਦੀ, ਮੈਂ ਤਾਂ ਕਿਸੇ ਨੂੰ ਪਸੰਦ ਨਹੀਂ ਕਰਦੀ ਤੇ ਨਾ ਹੀ ਮੈਂ ਕਦੇ ਕਿਸੇ ਮੁੰਡੇ ਨੂੰ ਮਿਲੀ ਹਾਂ। ਪਰ ਦੀਦੀ ਨੂੰ ਸ਼ੱਕ ਸੀ ਕਿ ਮੈਂ ਜ਼ਰੂਰ ਕੁਝ ਕੀਤਾ ਹੈ। ਫਿਰ ਮੇਰੀ ਦੀਦੀ ਨੇ ਕਿਹਾ ਕਿ ਇਹ ਗੱਲ ਆਪਣੇ ਦੋਨਾਂ ਵਿੱਚ ਹੀ ਰਹੇਗੀ। ਜੇ ਇਹ ਰਿਪੋਰਟ ਸੱਚ ਵੀ ਸਾਬਤ ਹੋਈ ਤਾਂ ਮੈਂ ਤੇਰਾ ਅਬੋਰਸ਼ਨ ਕਰਵਾ ਦੇਵਾਂਗੀ। ਪਰ ਮੈਂ ਕਿਹਾ, ਦੀਦੀ, ਮੈਂ ਕੋਈ ਗਲਤੀ ਕੀਤੀ ਹੀ ਨਹੀਂ, ਮੈਂ ਕੋਈ ਗਲਤ ਕੰਮ ਕੀਤਾ ਹੀ ਨਹੀਂ। ਫਿਰ ਦੀਦੀ ਮੈਨੂੰ ਹਸਪਤਾਲ ਦੇ ਗੇਟ ਤੱਕ ਛੱਡਣ ਆਈ ਤੇ ਕਿਹਾ ਕਿ ਆਰਾਮ ਨਾਲ ਘਰ ਜਾਵੀਂ ਤੇ ਫਿਕਰ ਨਾ ਕਰੀ। ਮੈਂ ਆਪਣੀ ਬੈਸਾਖੀ ਦੇ ਸਹਾਰੇ ਉੱਥੇ ਖੜੀ ਸੀ। ਧੁੱਪ ਵੀ ਬਹੁਤ ਤੇਜ਼ ਸੀ। ਫਿਰ ਇੱਕ ਟੈਕਸੀ ਆਈ ਤੇ ਮੈਂ ਉਸ ਵਿੱਚ ਬੈਠ ਗਈ। ਮੈਂ ਟੈਕਸੀ ਡਰਾਈਵਰ ਨੂੰ ਆਪਣੇ ਘਰ ਦਾ ਪਤਾ ਦੱਸਿਆ ਤਾਂ ਉਸਨੇ ਮੈਨੂੰ ਘਰ ਛੱਡ ਦਿੱਤਾ। ਪਰ ਜਦੋਂ ਹੀ ਮੈਂ ਟੈਕਸੀ ਤੋਂ ਉਤਰਨ ਲੱਗੀ ਤਾਂ ਟੈਕਸੀ ਡਰਾਈਵਰ ਨੇ ਮੈਨੂੰ ਮੇਰੇ ਨਾਮ ਤੋਂ ਬੁਲਾਇਆ ਕਿ ਕੋਮਲ, ਗੱਲ ਸੁਣ। ਮੈਨੂੰ ਹੈਰਾਨੀ ਹੋਈ ਕਿ ਇਹ ਮੇਰਾ ਨਾਮ ਕਿਵੇਂ ਜਾਣਦਾ ਹੈ। ਉਸਨੇ ਮੈਨੂੰ ਕੁਝ ਕਾਗਜ਼ ਫੜਾਏ ਤੇ ਕਿਹਾ ਕਿ ਇਹ ਤੇਰੀ ਪ੍ਰੈਗਨੈਂਸੀ ਰਿਪੋਰਟ ਹੈ। ਮੈਂ ਹੈਰਾਨ ਹੋਈ ਕਿ ਇਹ ਗੱਲ ਤਾਂ ਮੈਨੂੰ, ਦੀਦੀ ਤੇ ਡਾਕਟਰ ਨੂੰ ਪਤਾ ਹੈ, ਤਾਂ ਫਿਰ ਇਸ ਨੂੰ ਕਿਵੇਂ ਪਤਾ ਲੱਗੀ? ਮੈਨੂੰ ਪਰੇਸ਼ਾਨ ਦੇਖ ਕੇ ਉਹ ਕਹਿਣ ਲੱਗਿਆ ਕਿ ਜੇ ਤੂੰ ਇਹ ਜਾਣਨਾ ਚਾਹੁੰਦੀ ਹਾਂ ਕਿ ਸੱਚ ਕੀ ਹੈ ਤੇ ਤੂੰ ਬਿਨਾਂ ਵਿਆਹੇ ਮਾਂ ਕਿਵੇਂ ਬਣ ਗਈ, ਤਾਂ ਤੂੰ ਅੱਜ ਰਾਤ ਨੂੰ ਜਦ ਸਾਰੇ ਜਣੇ ਸੌਂ ਜਾਣਗੇ ਦੁਲਹਨ ਦੀ ਤਰ੍ਹਾਂ ਤਿਆਰ ਹੋ ਕੇ ਛੱਤ ਤੇ ਆਵੀਂ। ਨਾਲ ਹੀ ਉਸਨੇ ਇਹ ਵੀ ਕਿਹਾ ਕਿ ਮੈਂ ਇੱਕ ਬਾਬੇ ਨੂੰ ਜਾਣਦਾ ਹਾਂ, ਉਸਨੇ ਹੀ ਮੈਨੂੰ ਇਹ ਸਭ ਦੱਸਿਆ ਹੈ। ਇੰਨਾ ਕਹਿ ਕੇ ਉਹ ਚੱਲਿਆ ਗਿਆ। ਪਰੇਸ਼ਾਨੀ ਵਿੱਚ ਹੀ ਮੈਂ ਘਰ ਦੇ ਅੰਦਰ ਦਾਖਲ ਹੋਈ। ਮੈਂ ਬਹੁਤ ਪਰੇਸ਼ਾਨ ਸੀ ਕਿ ਇਹ ਮੇਰੇ ਨਾਲ ਕਿਵੇਂ ਹੋ ਸਕਦਾ ਹੈ ਤੇ ਉਸ ਟੈਕਸੀ ਡਰਾਈਵਰ ਨੂੰ ਇਹ ਸਭ ਕਿਵੇਂ ਪਤਾ ਚੱਲਿਆ। ਉਹ ਰਾਤ ਨੂੰ ਮੈਨੂੰ ਕੀ ਸੱਚਾਈ ਦੱਸਣਾ ਚਾਹੁੰਦਾ ਹੈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਸ਼ਾਮ ਨੂੰ ਦੀਦੀ ਘਰ ਵਾਪਸ ਆਈ ਤਾਂ ਉਹ ਸਿੱਧੇ ਹੀ ਮੇਰੇ ਕਮਰੇ ਵਿੱਚ ਆਈ ਤੇ ਮੈਨੂੰ ਤਸੱਲੀ ਦੇਣ ਲੱਗੀ, ਤੂੰ ਫਿਕਰ ਨਾ ਕਰ, ਸਭ ਠੀਕ ਹੋ ਜਾਵੇਗਾ। ਪਰਸੋਂ ਆਪਾਂ ਦੂਜੇ ਡਾਕਟਰ ਕੋਲ ਚੈੱਕ ਕਰਵਾਉਣ ਚੱਲਾਂਗੇ। ਤੇ ਫਿਰ ਉਹ ਆਪਣੇ ਕਮਰੇ ਵਿੱਚ ਚਲੇ ਗਈ। ਜਲਦਬਾਜ਼ੀ ਵਿੱਚ ਮੈਂ ਦੀਦੀ ਨੂੰ ਟੈਕਸੀ ਡਰਾਈਵਰ ਬਾਰੇ ਦੱਸਣਾ ਹੀ ਭੁੱਲ ਗਈ। ਰਾਤ ਨੂੰ ਜਦ ਸਾਰੇ ਸੌਂ ਗਏ ਤਾਂ ਮੈਂ ਆਪਣੇ ਕਮਰੇ ਵਿੱਚ ਦੁਲਹਨ ਦੀ ਤਰ੍ਹਾਂ ਤਿਆਰ ਹੋਣ ਲੱਗੀ। ਮੈਂ ਆਪਣੇ ਕਮਰੇ ਵਿੱਚ ਇਕੱਲੀ ਹੀ ਸੌਂਦੀ ਸੀ। ਮੇਰੇ ਨਾਲ ਕੋਈ ਨਹੀਂ ਸੌਂਦਾ ਸੀ ਕਿਉਂਕਿ ਮੈਂ ਅਪਾਹਜ ਸੀ। ਮੈਂ ਆਪਣਾ ਮੇਕਅਪ ਕੀਤਾ ਤੇ ਤਿਆਰ ਹੋ ਕੇ ਛੱਤ ਤੇ ਆ ਗਈ, ਪਰ ਛੱਤ ਤੇ ਕੋਈ ਨਹੀਂ ਸੀ। ਮੈਂ ਕੁਝ ਟਾਈਮ ਉੱਥੇ ਖੜੀ ਤਾਂ ਮੈਂ ਦੇਖਿਆ ਕਿ ਪੜੋਸੀ ਦੀ ਛੱਤ ਟੱਪ ਕੇ
ਕੋਈ ਸਾਡੀ ਛੱਤ ਤੇ ਆ ਰਿਹਾ ਸੀ। ਮੈਂ ਘਬਰਾ ਗਈ, ਪਰ ਉਹ ਤਾਂ ਉਹੀ ਟੈਕਸੀ ਡਰਾਈਵਰ ਸੀ। ਉਸਨੇ ਮੇਰਾ ਹੱਥ ਕੱਸ ਕੇ ਫੜ ਲਿਆ। ਮੈਂ ਬਹੁਤ ਛਡਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਕਿਹਾ ਕਿ ਮੈਂ ਤੇਰਾ ਭਲਾ ਹੀ ਚਾਹੁੰਦਾ ਹਾਂ। ਮੈਨੂੰ ਇੱਕ ਸਾਧੂ ਬਾਬੇ ਨੇ ਇੱਥੇ ਭੇਜਿਆ ਹੈ ਤੇ ਉਸਨੇ ਕਿਹਾ ਹੈ ਕਿ ਤੇਰੇ ਤੇ ਇੱਕ ਜਿੰਨ ਦਾ ਸਾਇਆ ਹੈ ਤੇ ਉਸ ਦੀ ਵਜ੍ਹਾ ਨਾਲ ਹੀ ਤੂੰ ਮਾਂ ਬਣਨ ਵਾਲੀ ਹੈ ਤੇ ਇਸ ਲਈ ਜ਼ਰੂਰੀ ਹੈ ਕਿ ਤੂੰ ਕਿਸੇ ਨਾਲ ਵਿਆਹ ਕਰਵਾਵੇਂ। ਤੂੰ ਮੇਰੇ ਨਾਲ ਵਿਆਹ ਕਰਵਾ ਲੈ। ਜਦ ਤੂੰ ਮੇਰੇ ਨਾਲ ਵਿਆਹ ਕਰਵਾ ਲਵੇਂਗੀ ਤਾਂ ਉਹ ਜਿੰਨ ਤੇਰੇ ਤੋਂ ਦੂਰ ਹੋ ਜਾਵੇਗਾ ਤੇ ਮੈਂ ਤੇਰੇ ਬੱਚੇ ਨੂੰ ਵੀ ਅਪਣਾ ਲਵਾਂਗਾ। ਦੇਖ, ਮੈਂ ਉਸ ਬਾਬੇ ਨੂੰ ਵੀ ਨਾਲ ਲੈ ਕੇ ਆਇਆ ਹਾਂ। ਇਹ ਕਹਿ ਕੇ ਉਸਨੇ ਕਿਸੇ ਵੱਲ ਇਸ਼ਾਰਾ ਕੀਤਾ। ਮੈਂ ਦੇਖਿਆ ਕਿ ਗਵਾਂਢੀਆਂ ਦੀ ਛੱਤ ਤੋਂ ਇੱਕ ਹੋਰ ਬੰਦਾ ਆ ਰਿਹਾ ਸੀ। ਮੈਂ ਦੇਖਿਆ ਕਿ ਉਹ ਸਾਧੂ ਬਾਬਾ ਹੀ ਲੱਗ ਰਿਹਾ ਸੀ। ਉਹ ਟੈਕਸੀ ਡਰਾਈਵਰ ਮੈਨੂੰ ਫਿਰ ਤੋਂ ਕਹਿਣ ਲੱਗਿਆ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਤੇ ਮੈਂ ਤੇਰੇ ਬੱਚੇ ਨੂੰ ਆਪਣਾ ਨਾਮ ਦੇ ਦੇਵਾਂਗਾ। ਜਦੋਂ ਇਹ ਗੱਲ ਉਹ ਕਹਿ ਰਿਹਾ ਸੀ, ਉਸੇ ਵਕਤ ਮੇਰੀ ਚਾਚੀ ਪੌੜੀਆਂ ਚੜ੍ਹ ਕੇ ਛੱਤ ਤੇ ਆ ਰਹੀ ਸੀ। ਮੇਰੀ ਚਾਚੀ ਨੇ ਇਹ ਸਭ ਦੇਖ ਵੀ ਲਿਆ ਤੇ ਸੁਣ ਵੀ ਲਿਆ ਸੀ। ਉਹ ਉੱਥੇ ਤੋਂ ਹੀ ਮੇਰੇ ਤੇ ਚਲਾਉਣ ਲੱਗੀ। ਮੈਂ ਘਬਰਾ ਗਈ। ਟੈਕਸੀ ਡਰਾਈਵਰ ਬੋਲਿਆ, ਹੁਣ ਤੇਰੀ ਚਾਚੀ ਤੈਨੂੰ ਘਰ ਤੋਂ ਕੱਢ ਦੇਵੇਗੀ। ਤੂੰ ਮੇਰੇ ਨਾਲ ਵਿਆਹ ਕਰਵਾ ਲੈ ਤੇ ਨਾਲ ਹੀ ਰਿਪੋਰਟ ਵੀ ਦਿਖਾਉਣ ਲੱਗਿਆ ਕਿ ਤੇਰਾ ਬੱਚਾ ਮੇਰਾ ਹੋਵੇਗਾ। ਐਨੇ ਨੂੰ ਚਾਚੀ ਉੱਥੇ ਪਹੁੰਚ ਗਈ ਤੇ ਉਸਨੇ ਜ਼ੋਰਦਾਰ ਮੇਰੇ ਇੱਕ ਥੱਪੜ ਮਾਰਿਆ ਤੇ ਕਹਿਣ ਲੱਗੀ, ਆਪਣੇ ਬਾਪ ਦਾਦੇ ਦੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਰਹੀ ਹੈ, ਤੈਨੂੰ ਸ਼ਰਮ ਨਹੀਂ ਆਉਂਦੀ? ਉਸਨੇ ਟੈਕਸੀ ਡਰਾਈਵਰ ਦੇ ਹੱਥ ਵਿੱਚ ਉਹ ਰਿਪੋਰਟ ਵੀ ਦੇਖ ਲਈ ਸੀ। ਫਿਰ ਉਹ ਡਰਾਈਵਰ ਨੂੰ ਕਹਿਣ ਲੱਗੀ ਕਿ ਤੇਰਾ ਹੀ ਪਾਪ ਹੈ ਨਾ। ਚਾਚੀ ਉੱਚੀ ਉੱਚੀ ਬੋਲ ਰਹੀ ਸੀ। ਉਸ ਦੀ ਆਵਾਜ਼ ਸੁਣ ਕੇ ਬਾਕੀ ਘਰ ਵਾਲੇ ਵੀ ਛੱਤ ਤੇ ਆ ਗਏ। ਸਾਰੇ ਘਰਦਿਆਂ ਨੂੰ ਦੇਖ ਕੇ ਡਰਾਈਵਰ ਤੇ ਪੰਡਤ ਬਾਬਾ ਉੱਥੋਂ ਭੱਜ ਗਏ। ਹੁਣ ਉੱਥੇ ਮੈਂ ਸੀ ਤੇ ਮੇਰੇ ਘਰ ਵਾਲੇ, ਜਿਹੜੇ ਮੇਰੇ ਤੇ ਗੁੱਸੇ ਹੋ ਰਹੇ ਸਨ। ਪਰ ਮੈਂ ਰੋਂਦੇ ਹੋਏ ਸਭ ਨੂੰ ਕਿਹਾ ਕਿ ਮੈਂ ਨਿਰਦੋਸ਼ ਹਾਂ, ਮੇਰਾ ਕੋਈ ਕਸੂਰ ਨਹੀਂ ਹੈ, ਮੈਂ ਕੁਝ ਨਹੀਂ ਕੀਤਾ। ਪਰ ਕਿਸੇ ਨੇ ਮੇਰੀ ਕੋਈ ਗੱਲ ਨਹੀਂ ਸੁਣੀ। ਮੇਰੇ ਪਿਤਾ ਜੀ ਵੀ ਮੇਰੇ ਤੇ ਚਿਲਾ ਰਹੇ ਸਨ। ਮੇਰੀ ਮਾਂ ਬਿਨਾਂ ਕੁਝ ਕਹੇ ਹੀ ਰੋਈ ਜਾ ਰਹੀ ਸੀ। ਭੂਆ ਤੇ ਚਾਚੀ ਨੇ ਇਹ ਵੀ ਕਹਿ ਦਿੱਤਾ ਕਿ ਇਸ ਕੁੜੀ ਨੂੰ ਇਸ ਘਰ ਤੋਂ ਕੱਢ ਦਵੋ, ਇਸਨੇ ਸਾਡੇ ਬੱਚਿਆਂ ਨੂੰ ਵੀ ਵਿਗਾੜ ਦੇਣਾ ਹੈ। ਹਰ ਕੋਈ ਮੇਰੇ ਤੇ ਚਿਲਾ ਰਿਹਾ ਸੀ, ਪਰ ਮੇਰੀ ਕੋਈ ਗੱਲ ਹੀ ਨਹੀਂ ਸੁਣ ਰਿਹਾ ਸੀ। ਉਸੇ ਵਕਤ ਮੇਰੀ ਮਾਂ ਨੂੰ ਪਤਾ ਨਹੀਂ ਕੀ ਹੋਇਆ ਕਿ ਉਹ ਬੇਹੋਸ਼ ਹੋ ਕੇ ਥੱਲੇ ਡਿੱਗ ਪਈ। ਮੇਰੀ ਦੀਦੀ ਨੇ ਉਸ ਨੂੰ ਚੈੱਕ ਕੀਤਾ ਤਾਂ ਉਸ ਨੇ ਕਿਹਾ ਕਿ ਇਹਨਾਂ ਨੂੰ ਜਲਦੀ ਨਾਲ ਹਸਪਤਾਲ ਲੈ ਕੇ ਚੱਲੋ, ਇਹਨਾਂ ਨੂੰ ਦਿਲ ਦਾ ਦੌਰਾ ਪਿਆ ਹੈ। ਫਿਰ ਜਲਦੀ ਨਾਲ ਮੇਰੀ ਮਾਂ ਨੂੰ ਹਸਪਤਾਲ ਲੈ ਕੇ ਗਏ। ਸਾਰੇ ਜਾਣੇ ਹਸਪਤਾਲ ਚਲੇ ਗਏ ਸੀ ਤੇ ਘਰ ਵਿੱਚ ਸਿਰਫ ਮੇਰੀ ਚਾਚੀ ਹੀ ਸੀ ਤੇ ਮੈਂ ਸਾਰੀ ਰਾਤ ਰੋਂਦੀ ਰਹੀ ਤੇ ਸੋਚਦੀ ਰਹੀ ਕਿ ਮੇਰੇ ਨਾਲ ਹੀ ਅਜਿਹਾ ਕਿਉਂ ਹੋਇਆ। ਬਹੁਤ ਸਾਰੇ ਸਵਾਲ ਮੇਰੇ ਦਿਮਾਗ ਵਿੱਚ ਘੁੰਮ ਰਹੇ ਸਨ। ਉਸ ਜਿੰਨ ਬਾਰੇ ਕੀ ਗੱਲ ਕਰ ਰਿਹਾ ਸੀ ਉਹ ਟੈਕਸੀ ਡਰਾਈਵਰ? ਕੀ ਇੱਕ ਜਿੰਨ ਦੀ ਵਜ੍ਹਾ ਨਾਲ ਮੈਂ ਪ੍ਰੈਗਨੈਂਟ ਹੋਈ ਹਾਂ? ਮੈਂ ਬਹੁਤ ਪਰੇਸ਼ਾਨ ਸੀ ਤੇ ਸਾਰੀ ਰਾਤ ਰੋਂਦੀ ਰਹੀ ਤੇ ਆਪਣੀ ਮਾਂ ਦੇ ਠੀਕ ਹੋਣ ਲਈ ਦੁਆਵਾਂ ਕਰਦੀ ਰਹੀ। ਰੋਂਦੇ ਰੋਂਦੇ ਮੈਂ ਸੌਂ ਗਈ। 2 ਦਿਨ ਬਾਅਦ ਮੇਰੀ ਮਾਂ ਨੂੰ ਘਰ ਲੈ ਕੇ ਆ ਗਏ ਤੇ ਹੁਣ ਉਹ ਬਿਲਕੁਲ ਠੀਕ ਸੀ। ਪਰ ਹੁਣ ਘਰ ਦਾ ਕੋਈ ਵੀ ਮੈਂਬਰ ਮੇਰੇ ਨਾਲ ਗੱਲ ਨਹੀਂ ਕਰਦਾ ਸੀ। ਮੇਰੀ ਭੂਆ ਤੇ ਚਾਚੀ ਨਾ ਸਿਰਫ ਮੈਨੂੰ ਤਾਨੇ ਮਾਰਦੀਆਂ, ਸਗੋਂ ਮੇਰੀ ਮਾਂ ਨੂੰ ਵੀ ਤਾਨੇ ਮਾਰਦੀਆਂ। ਮੈਂ ਆਪਣੇ ਕਮਰੇ ਵਿੱਚ ਬੈਠੀ ਰੋਂਦੀ ਰਹਿੰਦੀ ਸੀ। ਇੱਕ ਦਿਨ ਮੇਰੀ ਮਾਂ ਆਪਣੇ ਕਮਰੇ ਵਿੱਚ ਬਿਲਕੁਲ ਇਕੱਲੀ ਸੀ ਤਾਂ ਮੈਂ ਉਹਨਾਂ ਕੋਲ ਗਈ। ਮੈਂ ਉਹਨਾਂ ਨੂੰ ਮਨਾਉਣ ਲੱਗੀ, ਪਰ ਉਹ ਮੇਰੇ ਨਾਲ ਗੱਲ ਨਹੀਂ ਕਰ ਰਹੇ ਸਨ। ਕਾਫੀ ਦੇਰ ਮੈਂ ਆਪਣੀ ਬੇਗੁਨਾਹੀ ਦੇ ਬਾਰੇ ਗੱਲ ਕਰਦੀ ਰਹੀ ਤੇ ਕਸਮਾਂ ਖਾਧੀਆਂ। ਉਹ ਮੇਰੀ ਮਾਂ ਸੀ ਤੇ ਉਹ ਮੈਨੂੰ ਮੇਰੇ ਤੋਂ ਬਿਹਤਰ ਜਾਣਦੀ ਸੀ। ਮੈਂ ਕਿਹਾ, ਮਾਂ, ਮੈਂ ਕੋਈ ਗਲਤ ਕੰਮ ਨਹੀਂ ਕੀਤਾ। ਤਾਂ ਮਾਂ ਵੀ ਬਹੁਤ ਹੈਰਾਨ ਹੋਈ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਮੇਰੀ ਦੀਦੀ ਵੀ ਮੇਰੇ ਨਾਲ ਨਾਰਾਜ਼ ਸੀ। ਮੈਂ ਉਸ ਨੂੰ ਵੀ ਮਨਾਉਣ ਗਈ। ਪਹਿਲਾਂ ਤਾਂ ਦੀਦੀ ਚੁੱਪ ਬੈਠੀ ਰਹੀ ਤੇ ਫਿਰ ਬੋਲੀ ਕਿ ਜੇ ਤੈਨੂੰ ਟੈਕਸੀ ਡਰਾਈਵਰ ਪਸੰਦ ਸੀ ਤਾਂ ਤੂੰ ਮੇਰੇ ਨਾਲ ਗੱਲ ਕਰ ਲੈਂਦੀ, ਮੈਂ ਤੇਰਾ ਉਸ ਨਾਲ ਵਿਆਹ ਕਰਵਾ ਦਿੰਦੀ। ਇਸ ਤਰ੍ਹਾਂ ਖਾਨਦਾਨ ਦੀ ਇੱਜ਼ਤ ਤਾਂ ਨਾ ਖਰਾਬ ਹੁੰਦੀ। ਮੈਂ ਕਿਹਾ, ਪਰ ਦੀਦੀ ਅਜਿਹਾ ਕੁਝ ਨਹੀਂ ਹੈ, ਮੈਂ ਕਿਸੇ ਨੂੰ ਪਸੰਦ ਨਹੀਂ ਕਰਦੀ। ਉਹ ਕਹਿਣ ਲੱਗੀ ਕਿ ਮੈਂ ਇੱਕ ਨਰਸ ਹਾਂ, ਮੈਨੂੰ ਸਭ ਪਤਾ ਹੈ। ਪਰ ਫਿਰ ਦੀਦੀ ਨੇ ਮੈਨੂੰ ਤਸੱਲੀ ਦਿੱਤੀ ਕਿ ਮੈਂ ਤੇਰਾ ਅਬੋਰਸ਼ਨ ਕਰਵਾ ਦੇਵਾਂਗੀ। ਜੇ ਟੈਕਸੀ ਡਰਾਈਵਰ ਭੱਜ ਗਿਆ ਤਾਂ ਕੀ ਹੋਇਆ? ਇੱਕ ਦਿਨ ਮੇਰੇ ਚਾਚੇ ਨੇ ਘਰ ਵਿੱਚ ਸਾਰਿਆਂ ਨੂੰ ਇਕੱਠੇ ਕੀਤਾ ਤੇ ਕਹਿਣ ਲੱਗਿਆ ਕਿ ਕੁੜੀ ਦਾ ਵਕਤ ਗੁਜ਼ਰ ਰਿਹਾ ਹੈ। ਕੁਝ ਦਿਨਾਂ ਬਾਅਦ ਇਸ ਦੇ ਗੁਨਾਹ ਸਾਰੀ ਦੁਨੀਆ ਸਾਹਮਣੇ ਆ ਜਾਣਗੇ। ਲੋਕਾਂ ਨੂੰ ਕੀ ਜਵਾਬ ਦੇਵਾਂਗੇ? ਇਸ ਦਾ ਆਸ਼ਕ ਤਾਂ ਭੱਜ ਗਿਆ ਤੇ ਬੱਚਾ ਛੱਡ ਗਿਆ। ਇਸ ਲਈ ਬਿਹਤਰ ਇਹੀ ਹੋਵੇਗਾ ਕਿ ਘਰ ਦੀ ਗੱਲ ਘਰ ਵਿੱਚ ਹੀ ਰਹੇ। ਇਸ ਦਾ ਵਿਆਹ ਅਜੀਤ ਨਾਲ ਕਰ ਦਿੱਤਾ ਜਾਵੇ। ਇਹ ਗੱਲ ਸੁਣ ਕੇ ਸਾਰੇ ਪਰੇਸ਼ਾਨ ਹੋ ਗਏ ਕਿਉਂਕਿ ਅਜੀਤ ਦਾ ਵਿਆਹ ਤਾਂ ਦੀਦੀ ਨਾਲ ਤੈਅ ਹੋਇਆ ਸੀ। ਮੇਰੀ ਦੀਦੀ ਰੋਣ ਲੱਗੀ
ਤੇ ਫਿਰ ਕਹਿਣ ਲੱਗੀ ਕਿ ਮੈਂ ਆਪਣੀ ਭੈਣ ਲਈ ਇਹ ਕੁਰਬਾਨੀ ਦੇਣ ਨੂੰ ਤਿਆਰ ਹਾਂ। ਕੁਝ ਦਿਨਾਂ ਬਾਅਦ ਮੇਰਾ ਤੇ ਅਜੀਤ ਦਾ ਵਿਆਹ ਹੋ ਗਿਆ। ਅਜੀਤ ਵੀ ਇਸ ਗੱਲ ਨਾਲ ਬਹੁਤ ਨਾਰਾਜ਼ ਸੀ ਕਿ ਉਸ ਦਾ ਇੱਕ ਬਦਕਿਰਦਾਰ ਕੁੜੀ ਨਾਲ ਵਿਆਹ ਕਰ ਦਿੱਤਾ ਗਿਆ ਹੈ। ਇਸੇ ਲਈ ਉਹ ਮੇਰੇ ਨਾਲ ਠੀਕ ਤਰ੍ਹਾਂ ਸਲੂਕ ਨਹੀਂ ਕਰਦਾ ਸੀ। ਵਿਆਹ ਦੀ ਪਹਿਲੀ ਰਾਤ ਵੀ ਉਸਨੇ ਮੈਨੂੰ ਫਰਸ਼ ਤੇ ਸੁਲਾ ਦਿੱਤਾ ਤੇ ਆਪ ਬਿਸਤਰ ਤੇ ਸੌਂ ਗਿਆ। ਉਹ ਮੇਰੇ ਨਾਲ ਬਹੁਤ ਬੁਰਾ ਵਰਤਾਓ ਕਰਦਾ ਸੀ। ਇੱਕ ਦਿਨ ਉਸਨੇ ਮੈਨੂੰ ਬਹੁਤ ਮਾਰਿਆ। ਦਰਦ ਕਾਰਨ ਮੈਂ ਸੌਂ ਵੀ ਨਹੀਂ ਪਾ ਰਹੀ ਸੀ। ਮੈਂ ਬਾਹਰ ਵਿਹੜੇ ਵਿੱਚ ਆ ਕੇ ਬੈਠ ਗਈ। ਤਦੇ ਮੈਂ ਛੱਤ ਤੇ ਅਜੀਬ ਜਿਹਾ ਦ੍ਰਿਸ਼ ਦੇਖਿਆ। ਛੱਤ ਤੇ ਮੇਰੀ ਦੀਦੀ ਇੱਕ ਮੁੰਡੇ ਨਾਲ ਖੜੀ ਗੱਲ ਕਰ ਰਹੀ ਸੀ। ਇਹ ਦੇਖ ਕੇ ਮੇਰੇ ਹੋਸ਼ ਉੱਡ ਗਏ। ਜਦ ਮੈਂ ਧਿਆਨ ਨਾਲ ਦੇਖਿਆ ਤਾਂ ਉਹ ਮੁੰਡਾ ਕੋਈ ਹੋਰ ਨਹੀਂ ਸਗੋਂ ਉਹੀ ਟੈਕਸੀ ਡਰਾਈਵਰ ਸੀ। ਮੈਂ ਹੌਲੀ-ਹੌਲੀ ਪੌੜੀਆਂ ਤੋਂ ਛੱਤ ਤੇ ਜਾਣ ਲੱਗੀ। ਉਹ ਲੋਕ ਪੌੜੀਆਂ ਦੇ ਪਿੱਛੇ ਹੀ ਖੜੇ ਸਨ। ਮੈਂ ਪੌੜੀਆਂ ਤੋਂ ਉਹਨਾਂ ਦੀ ਆਵਾਜ਼ ਸੁਣ ਸਕਦੀ ਸੀ। ਉਹਨਾਂ ਦੀ ਆਵਾਜ਼ ਸੁਣ ਕੇ ਮੈਂ ਪੌੜੀਆਂ ਤੇ ਹੀ ਰੁਕ ਗਈ। ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੇ ਪੈਰ ਕੰਬਣ ਲੱਗੇ। ਮੈਂ ਜਲਦੀ ਨਾਲ ਆਪਣੇ ਫ਼ੋਨ ਵਿੱਚ ਉਹਨਾਂ ਦੀ ਰਿਕਾਰਡਿੰਗ ਕਰਨ ਲੱਗੀ। ਪੌੜੀਆਂ ਵਿੱਚ ਰੌਸ਼ਨੀ ਕਰਨ ਲਈ ਇਹ ਫ਼ੋਨ ਮੈਂ ਆਪਣੇ ਨਾਲ ਲੈ ਕੇ ਆਈ ਸੀ। ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰਾ ਕਲੇਜਾ ਫਟ ਰਿਹਾ ਸੀ। ਫਿਰ ਮੈਂ ਰਿਕਾਰਡਿੰਗ ਕਰਕੇ ਨੀਚੇ ਆ ਗਈ। ਮੈਂ ਬਹੁਤ ਜ਼ਿਆਦਾ ਦੁਖੀ ਹੋ ਗਈ ਸੀ। ਫਿਰ ਮੈਂ ਮੋਬਾਈਲ ਰੱਖ ਕੇ ਸੌਂ ਗਈ। ਦਿਨ ਲੰਘ ਗਏ। ਇੱਕ ਦਿਨ ਮੇਰੇ ਪਤੀ ਮੇਰੇ ਕੋਲ ਆਏ ਤੇ ਮੈਨੂੰ ਕੁਝ ਕਾਗਜ਼ ਫੜਾਉਣ ਲੱਗੇ ਤੇ ਕਹਿਣ ਲੱਗੇ ਕਿ ਇਸ ਨੂੰ ਪੜ੍ਹ, ਇਹ ਤੇਰੀ ਪ੍ਰੈਗਨੈਂਸੀ ਰਿਪੋਰਟ ਹੈ। ਮੈਂ ਹੈਰਾਨੀ ਨਾਲ ਉਹਨਾਂ ਕਾਗਜ਼ਾਂ ਨੂੰ ਫੜਿਆ ਤੇ ਪੜ੍ਹਨ ਲੱਗੀ। ਰਿਪੋਰਟ ਵਿੱਚ ਲਿਖਿਆ ਸੀ ਕਿ ਮੈਂ ਪ੍ਰੈਗਨੈਂਟ ਨਹੀਂ ਹਾਂ। ਉਹ ਰਿਪੋਰਟ ਪੜ੍ਹ ਕੇ ਮੈਂ ਹੈਰਾਨ ਹੋ ਗਈ ਤੇ ਆਪਣੇ ਪਤੀ ਨੂੰ ਪੁੱਛਣ ਲੱਗੀ ਕਿ ਤੁਹਾਨੂੰ ਇਹ ਗੱਲ ਕਿਵੇਂ ਪਤਾ ਲੱਗੀ। ਤਾਂ ਉਹਨਾਂ ਨੇ ਕਿਹਾ ਕਿ ਮੈਂ ਤੇਰੇ ਫ਼ੋਨ ਵਿੱਚੋਂ ਰਿਕਾਰਡਿੰਗ ਸੁਣ ਲਈ ਸੀ ਤੇ ਫਿਰ ਮੈਂ ਸਭ ਕੁਝ ਪਤਾ ਕੀਤਾ। ਦਰਅਸਲ ਮੇਰੀ ਭੈਣ ਉਸ ਟੈਕਸੀ ਡਰਾਈਵਰ ਨਾਲ ਉਸ ਦਿਨ ਇਹੀ ਗੱਲ ਕਰ ਰਹੀ ਸੀ। ਉਹ ਟੈਕਸੀ ਡਰਾਈਵਰ ਮੇਰਾ ਨਹੀਂ ਬਲਕਿ ਮੇਰੀ ਭੈਣ ਦਾ ਆਸ਼ਿਕ ਸੀ। ਮੇਰੀ ਭੈਣ ਉਸ ਨੂੰ ਪਿਆਰ ਕਰਦੀ ਸੀ ਤੇ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਸੀ ਤੇ ਉਸ ਨੇ ਗੁਪਤ ਤਰੀਕੇ ਨਾਲ ਉਸ ਨਾਲ ਵਿਆਹ ਵੀ ਕਰਵਾ ਲਿਆ ਸੀ ਤੇ ਹੁਣ ਉਹ ਮਾਂ ਵੀ ਬਣਨ ਵਾਲੀ ਸੀ। ਜਦ ਮੇਰੀ ਭੈਣ ਦਾ ਅਜੀਤ ਨਾਲ ਰਿਸ਼ਤਾ ਤੈਅ ਹੋਇਆ ਸੀ ਤਾਂ ਉਹ ਡਰ ਗਈ ਸੀ ਤੇ ਉਸਨੇ ਇੱਕ ਤਰਕੀਬ ਸੋਚੀ। ਉਸਨੇ ਮੈਨੂੰ ਪੇਟ ਖਰਾਬ ਹੋਣ ਦੀ ਤੇ ਉਲਟੀ ਆਉਣ ਦੀ ਦਵਾਈ ਦੇ ਦਿੱਤੀ ਸੀ। ਉਸਨੇ ਇਹ ਦਵਾਈ ਮੈਨੂੰ ਮੇਰੇ ਖਾਣੇ ਵਿੱਚ ਮਿਲਾ ਕੇ ਦਿੱਤੀ ਸੀ, ਜਿਸ ਦੀ ਵਜ੍ਹਾ ਨਾਲ ਮੇਰੇ ਪੇਟ ਵਿੱਚ ਦਰਦ ਹੁੰਦਾ ਸੀ ਤੇ ਮੈਨੂੰ ਉਲਟੀਆਂ ਆ ਰਹੀਆਂ ਸਨ। ਜਦ ਮੈਂ ਚੈੱਕਅਪ ਕਰਾਉਣ ਲਈ ਡਾਕਟਰ ਕੋਲ ਗਈ ਤਾਂ ਮੇਰੀ ਦੀਦੀ ਨੇ ਰਿਪੋਰਟ ਤੇ ਮੇਰਾ ਨਾਮ ਬਦਲਵਾ ਦਿੱਤਾ ਸੀ। ਦਰਅਸਲ ਮੇਰੀ ਭੈਣ ਨੇ ਸੋਚ ਸਮਝ ਕੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ। ਟੈਕਸੀ ਡਰਾਈਵਰ ਦਾ ਰਾਤ ਨੂੰ ਸਾਡੇ ਘਰ ਦੀ ਛੱਤ ਤੇ ਆਉਣਾ, ਉਹ ਸਭ ਕੁਝ ਮੇਰੀ ਭੈਣ ਦਾ ਹੀ ਪਲਾਨ ਸੀ ਤੇ ਉਸ ਰਾਤ ਚਾਚੀ ਨੂੰ ਵੀ ਮੇਰੀ ਭੈਣ ਨੇ ਹੀ ਛੱਤ ਤੇ ਭੇਜਿਆ ਸੀ। ਉਸੇ ਰਾਤ ਮੈਨੂੰ ਪਤਾ ਲੱਗਿਆ ਕਿ ਉਹ ਮੇਰੀ ਸਗੀ ਭੈਣ ਨਹੀਂ ਸੀ। ਮੇਰੇ ਪਿਤਾ ਜੀ ਨੇ ਮੇਰੀ ਮਾਂ ਨਾਲ ਦੂਜਾ ਵਿਆਹ ਕਰਵਾਇਆ ਸੀ। ਉਹਨਾਂ ਦੇ ਪਹਿਲੇ ਵਿਆਹ ਤੋਂ ਹੀ ਮੇਰੀ ਇਹ ਭੈਣ ਸੀ। ਪਹਿਲੀ ਪਤਨੀ ਕਿਸੇ ਕਾਰਨ ਪਰਲੋਕ ਸੁਧਾਰ ਗਈ ਸੀ। ਮੇਰੀ ਭੈਣ ਨੇ ਆਪਣੀ ਸਤੇਲੀ ਭੈਣ ਹੋਣ ਦਾ ਫਰਜ਼ ਖੂਬ ਨਿਭਾਇਆ ਸੀ। ਮੇਰੇ ਪਤੀ ਨੇ ਮੈਨੂੰ ਕਿਹਾ ਕਿ ਜਦੋਂ ਮੈਂ ਰਿਕਾਰਡਿੰਗ ਸੁਣੀ ਤਾਂ ਮੈਂ ਫਿਰ ਉਸ ਟੈਕਸੀ ਡਰਾਈਵਰ ਦਾ ਪਤਾ ਲਗਾਇਆ ਤੇ ਉਸ ਤੋਂ ਰਿਪੋਰਟ ਦੀ ਸੱਚਾਈ ਉਗਲਵਾਈ। ਮੇਰੇ ਪਤੀ ਨੇ ਮੇਰੇ ਹੰਝੂ ਪੂੰਝੇ ਤੇ ਕਿਹਾ ਕਿ ਅੱਜ ਤੋਂ ਮੈਂ ਤੇਰੇ ਨਾਲ ਕਦੇ ਬੁਰਾ ਸਲੂਕ ਨਹੀਂ ਕਰਾਂਗਾ। ਮੇਰੇ ਪਤੀ ਮੇਰੇ ਤੋਂ ਮਾਫੀ ਮੰਗਣ ਲੱਗੇ। ਇਹ ਸਾਰੀਆਂ ਗੱਲਾਂ ਮੇਰੀ ਭੂਆ ਨੇ ਕਮਰੇ ਦੇ ਬਾਹਰ ਖੜੀ ਹੋ ਕੇ ਸੁਣ ਲਈਆਂ ਸਨ ਤੇ ਉਹਨਾਂ ਨੇ ਪੂਰੇ ਘਰ ਵਿੱਚ ਤੂਫਾਨ ਮਚਾ ਦਿੱਤਾ ਸੀ। ਰਾਤ ਦਾ ਸਮਾਂ ਸੀ ਜਦ ਸਭ ਨੂੰ ਇਹ ਖਬਰ ਮਿਲੀ ਸੀ। ਉਸੇ ਰਾਤ ਮੇਰੀ ਭੈਣ ਉਸ ਟੈਕਸੀ ਡਰਾਈਵਰ ਨਾਲ ਭੱਜ ਗਈ। ਉਹ ਖੁਦ ਤਾਂ ਭੱਜ ਗਈ ਪਰ ਨਾਲ ਹੀ ਮੇਰੇ ਪਿਤਾ ਦੀ ਵੀ ਜਾਨ ਲੈ ਗਈ। ਪਿਤਾ ਜੀ ਦੇ ਦੇਹਾਂਤ ਤੋਂ ਕੁਝ ਦਿਨਾਂ ਬਾਅਦ ਸਭ ਕੁਝ ਠੀਕ ਹੋਣ ਲੱਗਿਆ ਸੀ। ਸਭ ਨੇ ਮੈਨੂੰ ਮਾਫ ਕਰ ਦਿੱਤਾ ਸੀ। ਮੇਰੇ ਪਤੀ ਵੀ ਹੁਣ ਮੈਨੂੰ ਪਿਆਰ ਕਰਨ ਲੱਗੇ ਸੀ। ਇਹ ਸਾਡੇ ਪਿਆਰ ਦਾ ਹੀ ਨਤੀਜਾ ਸੀ ਕਿ ਮੇਰੇ ਪਤੀ ਹੁਣ ਕੰਮ ਤੇ ਜਾਣ ਲੱਗੇ ਸੀ ਤੇ ਉਹਨਾਂ ਨੇ ਸਾਰਾ ਘਰ ਸੰਭਾਲ ਲਿਆ ਸੀ। ਸਭ ਕੁਝ ਠੀਕ ਹੋ ਗਿਆ ਸੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਪਸੰਦ ਆਈ ਤਾਂ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।